15ਵੇਂ ਕੇਂਦਰੀ ਵਿੱਤ ਕਮਿਸ਼ਨ ਦੇ ਚੇਅਰਮੈਨ NK ਸਿੰਘ ਅੱਜ ਪੰਜਾਬ ਦੇ 4 ਦਿਨਾਂ ਦੌਰੇ ਤੇ ਪਹੁੰਚੇ ਚੰਡੀਗੜ੍ਹ। ਕਰਜ਼ੇ ਦੀ ਪੰਡ ਥੱਲੇ ਦੱਬੇ ਪੰਜਾਬ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਕਮਿਸ਼ਨ ਤੋਂ ਵਿਸ਼ੇਸ਼ ਪੈਕੇਜ ਦੀ ਕੀਤੀ ਮੰਗ। ਭਗਵੰਤ ਮਾਨ ਨੇ ਮੁੜ ਸਾਂਭਿਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵਜੋਂ ਅਹੁਦਾ। ਮਨੀਸ਼ ਸਿਸੋਦੀਆ ਦੀ ਹਾਜ਼ਰੀ ਵਿੱਚ ਕੇਜਰੀਵਾਲ ਨੂੰ ਦੱਸਿਆ ਬੇਕਸੂਰ। ਕਿਹਾ ਅਰਵਿੰਦ ਕੇਜਰੀਵਾਲ ਨਾਲ ਹੁਣ ਸਹਿਮਤ ਨੇ ਕਿਉਂਕਿ ਜੇਕਰ ਉਹ ਬਿਕਰਮ ਮਜੀਠੀਆ ਤੋਂ ਮਾਫੀ ਨਾ ਮੰਗਦੇ ਤਾਂ ਇਸ ਵਿੱਚ ਉਲਝ ਕੇ ਰਹਿ ਜਾਂਦੇ। ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਮੁੜ ਥਾਪੇ ਜਾਣ ਤੇ ਸੁਖਪਾਲ ਖਹਿਰਾ ਦਾ ਪ੍ਰਤੀਕਰਮ ਆਇਆ ਸਾਹਮਣੇ। ਕਿਹਾ ਇਸ ਨੂੰ ਕਹਿੰਦੇ ਨੇ ਥੁੱਕ ਕੇ ਚੱਟਣਾ। ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਵੱਲੋਂ ਖਹਿਰਾ ਨੂੰ ਸਵਾਰਥੀ ਦੱਸਣ ਤੇ ਖਹਿਰਾ ਨੇ ਕਿਹਾ ਕਿ ਇਸ ਦਾ ਫੈਸਲਾ ਲੋਕ ਕਰਨਗੇ ਕਿ ਕੌਣ ਸਵਾਰਥੀ ਹੈ ਤੇ ਕੌਣ ਨਹੀਂ। ਅਕਾਲੀ ਦਲ ਨੇ ਦਿਖਾਈਆਂ ਭਾਰਤੀ ਜਨਤਾ ਪਾਰਟੀ ਨੂੰ ਅੱਖਾਂ। ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਅਮਿਤ ਸ਼ਾਹ ਨੂੰ ਦਿੱਤੀ ਚੇਤਾਵਨੀ। ਕਿਹਾ ਗੁਰਦੁਆਰਿਆਂ ਵਿੱਚ ਕੇਂਦਰ ਦਾ ਦਖਲ BJP ਤੇ ਅਕਾਲੀ ਦਲ ਵਿੱਚ ਪੈਦਾ ਕਰ ਸਕਦਾ ਹੈ ਟਕਰਾਅ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਤੇ ਲੱਗੇ ਦੋਸ਼ਾਂ ਦਾ ਦਿੱਤਾ ਸਪਸ਼ਟੀਕਰਨ। ਕਿਹਾ ਉਹਨਾਂ ਨੇ ਆਪਣੀ ਪਹਿਲੀ ਪਤਨੀ ਨੂੰ ਨਹੀਂ ਛੱਡਿਆ ਬਲਕਿ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਛੱਡਿਆ। ਹੁਣ ਉਹਨਾਂ ਦਾ ਪਰਿਵਾਰ ਜਾਏਗਾ ਅਦਾਲਤ ਵਿੱਚ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕਰਜ਼ੇ ਦੀ ਪੰਡ ਥੱਲੇ ਦੱਬੇ ਪੰਜਾਬ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਕਮਿਸ਼ਨ ਤੋਂ ਵਿਸ਼ੇਸ਼ ਪੈਕੇਜ ਦੇਣ ਲਈ ਮਦਦ ਮੰਗੀ ਹੈ। ਪੰਜਾਬ ਦੇ 4 ਦਿਨਾਂ ਦੌਰੇ ਤੇ ਪਹੁੰਚੇ 15ਵੇਂ ਕੇਂਦਰੀ ਵਿੱਤ ਕਮਿਸ਼ਨ ਦੇ ਚੇਅਰਮੈਨ NK ਸਿੰਘ ਨਾਲ ਅੱਜ ਚੰਡੀਗੜ੍ਹ ਵਿਖੇ ਕੈਪਟਨ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ 15ਵੇਂ ਕੇਂਦਰੀ ਵਿੱਤ ਕਮਿਸ਼ਨ ਦੇ ਚੇਅਰਮੈਨ NK ਸਿੰਘ ਨੂੰ ਮੰਗ ਪੱਤਰ ਸੌਂਪਿਆ। ਪੰਜਾਬ ਦੇ ਵਿੱਤੀ ਹਾਲਾਤ ਵਿੱਚ ਮੁੜ ਜਾਣ ਫੂਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15ਵੇਂ ਕੇਂਦਰੀ ਵਿੱਤ ਕਮਿਸ਼ਨ ਤੋਂ ਰਾਹਤ ਲਈ ਵਿਸ਼ੇਸ਼ ਕਰਜ਼ਾ ਪੈਕੇਜ ਦੇਣ ਦੀ ਮੰਗ ਕੀਤੀ। ਕੈਪਟਨ ਨੇ ਨਾਲ ਹੀ ਕਿਸਾਨਾਂ ਦੀ ਕੁੱਲ ਕਰਜ਼ਾ ਮਾਫੀ ਲਈ ਵੀ ਵਨ ਟਾਈਮ ਪੈਕੇਜ ਦੀ ਮੰਗ ਕੀਤੀ। ਪੰਜਾਬ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿੱਚ ਵਾਟਰ ਸਾਈਕਲ ਮੈਨੇਜਮੈਂਟ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15ਵੇਂ ਕੇਂਦਰੀ ਵਿੱਤ ਕਮਿਸ਼ਨ ਕੋਲੋਂ 12,000 ਕਰੋੜ ਰੁਪਏ ਦੀ ਗ੍ਰਾਂਟ ਮੰਗੀ ਹੈ। ਇਸ ਤੋਂ ਇਲਾਵਾ ਨਦੀਆਂ ਦੀ ਸਫਾਈ ਦੇ ਕੰਮਕਾਜ ਲਈ 500 ਕਰੋੜ ਤੇ ਜੰਗਲਾਂ ਦੁਆਰਾ ਨਦੀਆਂ ਦੇ ਸੁਧਾਰ ਲਈ 3,682 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। Despite the financial handicaps we have, my government is committed to the overall development of the state and welfare of its citizens. In order to provide relief to my farmer, promote agricultural diversification and realize Government of India's vision of doubling of the farmer income, the Commission is requested to provide for deficiency price support in maize and cane production to the extent of rupees 12,350 crore and rupees 300 crores for providing a boost to the allied activities in the state in the farm sector. The state urges the Commission to provide support of rupees 5,500 crores and rupees 6,719 crores to its power, infra and road infra respectively, which the state has created mainly from its own resources, much ahead of the others, and is now neither getting the capital grant nor the maintenance expenditure for the same under the various central government schemes. In line with the commitment of the state for sustainable development, we urge the Commission to provide a financial assistance of rupees 500 crore for the river cleaning program and rupees 3,682 crore for groundwater improvement by river augmentation through afforestation. ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਆਪ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹਨਾਂ ਕਿਹਾ ਨਸ਼ਿਆਂ ਦੇ ਮਾਮਲੇ ਤੇ ਉਹਨਾਂ ਦਾ ਸਟੈਂਡ ਪਹਿਲਾਂ ਵਾਂਗ ਹੀ ਹੈ। ਉਹ ਹੁਣ ਵੀ ਮੰਨ ਰਹੇ ਨੇ ਕਿ ਪੰਜਾਬ ਵਿੱਚ ਨਸ਼ਾ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਵੇਲੇ ਅਕਾਲੀ ਆਗੂਆਂ ਦੀ ਸ਼ੈ ਤੇ ਹੀ ਆਇਆ। ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜੋ ਬਿਕਰਮ ਮਜੀਠੀਆ ਤੋਂ ਮਾਫੀ ਮੰਗੀ ਸੀ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਤੋਂ ਉਹ ਸੰਤੁਸ਼ਟ ਨੇ। ਨਾਲ ਹੀ ਮਾਨ ਨੇ ਕਿਹਾ ਕਿ ਉਹ ਕਿਸੇ ਅਹੁਦੇ ਲਈ ਨਹੀਂ ਸਗੋਂ ਪੰਜਾਬ ਦੇ ਪ੍ਰਧਾਨ ਪੰਜਾਬ ਦੀ ਭਲਾਈ ਲਈ ਬਣੇ ਨੇ। ਮਾਨ ਨੇ ਕਿਹਾ ਕਿ ਇਹਨਾਂ ਦੋਸ਼ਾਂ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਅਜੇ ਵੀ ਪਹਿਲਾਂ ਵਾਲੇ ਸਟੈਂਡ ਤੇ ਕਾਇਮ ਹੈ ਕਿਉਂਕਿ ਪਾਰਟੀ ਦੇ ਆਗੂ ਸੰਜੇ ਸਿੰਘ ਵੀ ਅਜੇ ਕੋਰਟ ਵਿੱਚ ਕੇਸ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਜਾਣ-ਬੁੱਝ ਕੇ ਅਕਾਲੀ ਆਗੂਆਂ ਖਿਲਾਫ ਸਬੂਤ ਇਕੱਠੇ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਇਸ ਮਾਮਲੇ ਤੇ ਅਰਵਿੰਦ ਕੇਜਰੀਵਾਲ ਨਾਲ ਹੁਣ ਉਹ ਸਹਿਮਤ ਹੋ ਗਏ ਨੇ ਕਿਉਂਕਿ ਜੇਕਰ ਉਹ ਬਿਕਰਮ ਮਜੀਠੀਆ ਤੋਂ ਮਾਫੀ ਨਾ ਮੰਗਦੇ ਤਾਂ ਇਸ ਵਿੱਚ ਉਹ ਉਲਝ ਕੇ ਹੀ ਰਹਿ ਜਾਂਦੇ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਉਦੋਂ ਕਿਹਾ ਸੀ ਕਿ ਪੰਜਾਬ ਦੀ ਲੀਡਰਸ਼ਿਪ ਨਾਲ ਸਲਾਹ ਕਰ ਲੈਣੀ ਚਾਹੀਦੀ ਸੀ। ਮੈਨੂੰ ਡਿਟੇਲ ਦੇ ਵਿੱਚ ਅਰਵਿੰਦ ਜੀ ਨੇ ਦੱਸਿਆ ਕਿ ਦੇਖੋ ਉਹ ਪਹਿਲਾਂ ਤਾਂ ਇਹ ਨੈਸ਼ਨਲ ਲੈਵਲ ਤੇ ਇੱਕ ਸਾਜ਼ਿਸ਼ ਸੀ ਕਿ ਆਮ ਆਦਮੀ ਪਾਰਟੀ ਨੂੰ ਰੋਕਿਆ ਜਾਵੇ, ਇਕੱਠੇ ਹੋ ਜਾਈਏ ਜਿਵੇਂ ਮਰਜ਼ੀ ਹੋ ਜਾਈਏ ਪਰ ਆਮ ਆਦਮੀ ਪਾਰਟੀ ਨੂੰ ਰੋਕਿਆ ਜਾਵੇ। ਪਹਿਲਾਂ ਤਾਂ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ MLAs ਨੂੰ ਦਿੱਲੀ ਦੇ ਵਿੱਚ, ਪਰ ਜਦੋਂ ਦਿੱਲੀ ਦੇ ਵਿੱਚ ਬਹੁਤ ਭਾਰੀ ਬਹੁਮਤ ਆ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਪਾਰਟੀ ਤਾਂ ਨਹੀਂ ਰੁਕ ਸਕਦੀ, ਫਿਰ ਇਹਦੇ ਪ੍ਰਧਾਨ ਨੂੰ ਰੋਕਿਆ ਜਾਵੇ। ਉਹਨਾਂ ਤੇ 34 ਡੈਫਾਮੇਸ਼ਨ ਦੇ ਕੇਸ
ਅਰਵਿੰਦ ਕੇਜਰੀਵਾਲ ਜੀ ਤੇ ਚੱਲੇ ਸੀ ਔਰ ਉਹ ਹਰ ਵਕਤ ਕੋਰਟ ਦੇ ਵਿੱਚ ਰਹਿੰਦੇ ਸੀ ਕਿ ਇਹਨਾਂ ਦੇ ਪ੍ਰਧਾਨ ਨੂੰ ਆਪਾਂ ਕੋਰਟਾਂ ਦੇ ਵਿੱਚ ਉਲਝਾ ਲਓ ਤਾਂ ਪਾਰਟੀ ਆਪੇ ਖਤਮ ਹੋ ਜਾਊਗੀ। ਤਾਂ ਦਿੱਲੀ ਦੇ ਕੰਮ ਵੀ ਪ੍ਰਭਾਵਿਤ ਹੋਏ, ਤਾਂ 34 ਦੇ 34 ਕੇਸ ਉਹਨਾਂ ਨੇ ਵਾਪਸ ਕੀਤੇ ਨੇ। ਉਹਨਾਂ ਦੇ ਵਿੱਚ ਮਜੀਠੀਆ ਦਾ ਨਾਮ ਵੀ ਹੈ, ਪਰ ਉਹਨਾਂ ਦੀ ਕੇਸ ਵਾਪਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੂੰ ਕੋਈ ਕਲੀਨ ਚਿੱਟ ਦੇਤੀ। ਹੁਣ ਤਾਂ ਕੰਮ ਪੰਜਾਬ ਸਰਕਾਰ ਦਾ ਨਾ। ਜੇ ਸਾਡੇ ਕੋਲ ਸੱਤਾ ਆਈ ਹੁੰਦੀ ਅਸੀਂ ਦੱਸ ਦਿੰਦੇ ਕਿ ਕਿੱਥੇ ਸਬੂਤ ਨੇ, ਕੀ ਹੋ ਸਕਦਾ ਸੀ। ਹੁਣ ਪੰਜਾਬ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਨਾ। ਨੰਬਰ 2, ਸੰਜੇ ਸਿੰਘ ਦੇ ਤਾਂ ਕੇਸ ਅਜੇ ਚੱਲ ਰਿਹਾ ਨਾ, ਉਹ ਤਾਂ ਭੁਗਤ ਰਹੇ ਨੇ ਕਿਉਂਕਿ ਉਹਨਾਂ ਨੇ ਦਿੱਲੀ ਦੀ ਸਰਕਾਰ ਸੰਭਾਲਣੀ ਸੀ ਤੇ ਉਹਨਾਂ ਨੇ ਨਵੀਂ ਪਾਰਟੀ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਤੇ ਇਸ ਕਰਕੇ ਹੁਣ ਦਿੱਲੀ ਦੇ ਵਿੱਚ ਜਦੋਂ ਦੀ ਉਹਨਾਂ ਨੇ ਕਮਾਨ ਸੰਭਾਲੀ ਹੈ ਤੇ ਮਨੀਸ਼ ਜੀ ਉਹਨਾਂ ਦੇ ਡਿਪਟੀ ਨੇ, ਤਾਂ ਹੁਣ ਦਿੱਲੀ ਜਿਹੜਾ ਉਹ 70 ਸਾਲਾਂ 'ਚ ਉਹਨਾਂ ਵਧੀਆ ਨਹੀਂ ਹੋ ਸਕਿਆ ਜਿੰਨਾ ਹੁਣ ਹੋ ਗਿਆ। ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਡੇਰੇ ਹਿੱਤਾਂ ਲਈ ਤੁਸੀਂ ਇਹ ਜਿਹੜੀ ਪ੍ਰਧਾਨਗੀ ਹੈ ਉਹ ਤੁਸੀਂ ਸੰਭਾਲੋ। ਮੈਂ ਉਸ ਕਰਕੇ ਕਰ ਰਿਹਾ। ਸਮਾਗਮ ਵਿੱਚ ਉਚੇਚੇ ਤੌਰ ਤੇ ਪੁੱਜੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਣੀਆਂ ਦੇ ਮਾਮਲੇ ਤੇ ਪੰਜਾਬ ਇਕਾਈ ਦੀ ਕੋਰ ਕਮੇਟੀ ਨੇ ਫੈਸਲਾ ਲੈਣਾ ਹੈ। ਪਾਰਟੀ ਦੇ ਬਾਗੀ ਆਗੂਆਂ ਤੇ ਵਿਧਾਇਕਾਂ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਜਿਹੜੇ ਲੋਕੀ ਅਹੁਦਿਆਂ ਦੇ ਲਾਲਚੀ ਸਨ ਉਹ ਪਾਰਟੀ ਛੱਡ ਕੇ ਚਲੇ ਗਏ ਤੇ ਅਜਿਹੇ ਲਾਲਚੀ ਲੋਕਾਂ ਦੀ ਪਾਰਟੀ ਵਿੱਚੋਂ ਚਲੇ ਜਾਣ ਨਾਲ ਪਾर्टी ਨੂੰ कोई फर्क नहीं पैना क्योंकि पार्टी एक सोच नाल खड़ी है। जैसा मुख्यमंत्री जी ने भी उस दिन कहा कि कुछ अवसरवादी लोग आए, कुछ ऐसे लोग आए जिनको पंजाब से ज़्यादा, पंजाब के मुद्दों से ज़्यादा अपनी कुर्सियां प्यारी थी। आम आदमी पार्टी की राजनीति में बहुत स्पष्ट है कि वो चीज़ें निकल जानी चाहिए। तो उन सब के बीच में यहाँ पंजाब में कोर कमेटी बनी और पंजाब की कोर कमेटी ने यहाँ पर आपस में डिस्कस करके नेशनल पीएसी के लिए रिक्वेस्ट भेजी थी कि भगवंत मान साहब जो देश का, जो पंजाब का प्रदेश प्रधान का, पंजाब प्रधान का पद संभाल रहे थे, उन्होंने बीच में इस्तीफा ऑफर किया था, उसको स्वीकार ना किया जाए और उन्हें वापस कहा जाए कि वो अपने पद पे अपना पंजाब की पूरी कमान संभाल के प्रदेश में संगठन को खड़ा करें, पंजाब में चुनाव लड़ाएं और संगठन और पंजाब को पूरे को झोंक के पंजाब को खड़ा करें, बेसिकली पंजाब के मुद्दों को आगे लेके आए। तो पीएसी में भी इस पर चर्चा हुई और बहुत सर्वसम्मति से पीएसी ने भी ये प्रस्ताव पास किया जो कोर कमेटी ने यहाँ से भेजा था कि भगवंत मान जी का इस्तीफा ना स्वीकार करके उनसे रिक्वेस्ट की थी। और आज अभी थोड़ी देर पहले कोर कमेटी की बैठक में मैंने वापस पीएसी का डिसीजन उनको कन्वे कर दिया है, पूरे कोर कमेटी मेंबर्स को। तो आज मैं यहाँ आया हूँ विशेष रूप से ये मैसेज लेके, और साथ में आज से भगवंत भाई पूरी तरह से पंजाब के संगठन में, पंजाब के चुनाव की तैयारी में और ओवरऑल पंजाब के आम जनता के मुद्दों को लेके आम आदमी पार्टी के पंजाब प्रधान के रूप में काम करना शुरू करेंगे। आम आदमी पार्टी के सांसद भगवंत मान नूं मुड़ पार्टी का सूबा प्रधान बनाए जाण ते सुखपाल खैरा ने कहा कि इस नूं थुक के चटना आखदे ने। उन्होंने कहा कि साल पहला मान ने कहा कि केजरीवाल ने मजीठिया तो माफ़ी मंग के गलत किया है, लोगों नूं मूर्ख बना के मान फिर प्रधान बन गए ने। उन्होंने कहा कि मान नूं सिर्फ प्रधानगी की कुर्सी चाहिए है, होर कुछ नहीं। भगवंत मान ते मनीष सिसोदिया वालों खैरा नूं स्वार्थी दस्सण बारे खैरा ने कहा कि इसका फैसला स्थानक लोग करनगे। उन्होंने कहा कि ये लोग दसणगे कि उन्होंने कदी पार्टी विरोधी काम किया। उन्होंने कहा कि लोग गवाही देंदे ने कि भगवंत मान वर्गे लोग सिर्फ प्रधानगी दे अहुदे दे ही लालची ने। पंजाबी च की कहंदे हुंदे आ थुक के चट्टना। जिहड़ा साल पहला ਕਹਿੰਦਾ ਸੀਗਾ ਕਿ ਕੇਜਰੀਵਾਲ ਨੇ ਬਿਕਰਮ ਮਜੀਠੀਆ ਕੋਲੋਂ ਗਲਤ ਮਾਫੀ ਮੰਗੀ ਆ ਕਿਉਂਕਿ ਨਸ਼ੇ ਜਿਹੜੇ ਨੇ ਪੰਜਾਬ ਦੇ ਵਿੱਚ ਉਹਦਾ ਤਸਕਰ ਬਿਕਰਮ ਮਜੀਠੀਆ ਇਸਤੀਫਾ ਦੇ ਦਿੱਤਾ। ਸਾਲ ਲੋਕਾਂ ਨੂੰ ਮੂਰਖ ਬਣਾਉਂਦਾ ਰਿਹਾ ਕਿ ਮੈਂ ਕੇਜਰੀਵਾਲ ਸਾਹਿਬ ਸੇ ਮਿਲ नहीं सका, मैं बैठ नहीं सका। केजरीवाल कहता ਸੀ अगले पासों मैं तो भगवंत मान मेरे को दिन में 10 बार टेलीफोन करता है। तो हुण ਉਹੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਥੁੱਕ ਕੇ ਚੱਟ ਲਿਆ ਵਾ, ਉਹੀ ਪ੍ਰਧਾਨਗੀ ਹੁਣ ਬਿਨਾਂ ਸ਼ਰਤ ਤੋਂ ਵਾਪਸ ਲੈ ਲਈ ਹੈ। ਇਹਦਾ ਮਤਲਬ ਪ੍ਰਧਾਨਗੀਆਂ ਦੇ ਭੁੱਖੇ ਨੇ। ਇਹਨਾਂ ਨੂੰ ਆਪਣੇ ਸੂਬੇ ਦੇ ਨਸ਼ੇ ਦੇ ਇਸ਼ੂਜ਼ ਦੇ ਬਾਰੇ ਕੋਈ ਮਸਲਾ ਸੰਜੀਦਾ ਨਹੀਂ ਗਏ। ਜਾਂ ਤਾਂ ਹੁੰਦਾ ਕਿ ਕੇਜਰੀਵਾਲ ਨੇ ਕੋਈ ਇਹ ਤੋਂ ਗਲਤੀ ਮਾਫੀ ਮੰਗੀ ਹੁੰਦੀ, ਉਹ ਵੀ ਨਹੀਂ ਮੰਗੀ। ਉਹ ਕੀ ਕਹਿੰਦੇ ਹੁੰਦੇ ਕਿ ਉਸੇ ਤਨਖਾਹ ਤੇ ਕੰਮ ਕਰਨ ਵਾਸਤੇ ਤਿਆਰ ਹੋਇਆ ਭਗਵੰਤ ਮਾਨ। ਨਥਿੰਗ ਮੋਰ ਦੈਨ ਦਿਸ ਇਜ਼ he has only shown his lust for office and doesn't bother about the issues of the state. बहबल कलां गोलीकांड विच मुलजिम 3 पुलिस मुलाजमां दी अंतरिम जमानत अर्जी ते अज सुनवाई मुलतवी हो गई। हुण 1 फरवरी नूं इह सुनवाई होवेगी। वकीलां दी हड़ताल दे कारण अदालत ने अज सुनवाई मुलतवी कर दित्ती। बहबल कलां गोलीकांड विच 3 पुलिस मुलाजम SP बिक्रमजीत सिंह, इंस्पैक्टर प्रदीप सिंह ते सब इंस्पैक्टर अमरजीत सिंह मुलजिम ने।
ਦੱਸਣਯੋਗ ਹੈ ਕਿ ਬਹਿਬਲ ਕਲਾਂ ਗੋਲੀकांड ਦੇ ਪੀੜਤ ਸੁਖਰਾਜ ਸਿੰਘ ਨੇ ਲੰਘੀ 29 ਜਨਵਰੀ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਬੇਨਤੀ ਕੀਤੀ ਸੀ ਕਿ ਗੋਲੀकांड ਦੇ 2 ਪੁਲਿਸ ਅਧਿਕਾਰੀਆਂ ਐਸਪੀ ਬਿਕਰਮਜੀਤ ਸਿੰਘ ਤੇ ਇੰਸਪੈਕਟਰ ਪ੍ਰਦੀਪ ਸਿੰਘ ਵੱਲੋਂ ਦਾਇਰ ਕੀਤੀਆਂ ਅਗਾਊਂ ਜ਼ਮਾਨਤ ਦੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਜਾਣ। 3 ਰਾਜਾਂ ਵਿੱਚ ਮਿਲੀ ਸ਼ਿਕਸਤ ਤੋਂ ਬਾਅਦ ਭਾਜਪਾ ਨੂੰ ਸਹਿਯੋਗੀ ਪਾਰਟੀਆਂ ਨੇ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਅਮਿਤ ਸ਼ਾਹ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਗੁਰਦੁਆਰਿਆਂ ਵਿੱਚ ਕੇਂਦਰ ਦਾ ਦਖਲ ਬੀਜੇਪੀ ਤੇ ਅਕਾਲੀ ਦਲ ਵਿੱਚ ਟਕਰਾਅ ਪੈਦਾ ਕਰ ਸਕਦਾ ਹੈ। ਸਿਰਸਾ ਨੇ ਟਵੀਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਗੁਰਦੁਆਰਿਆਂ ਵਿੱਚ ਲਗਾਤਾਰ ਅੜਚਨ ਪੈਦਾ ਕਰਨ ਦੇ ਕਾਰਨ ਭਾਰਤ ਤੇ ਪੂਰੀ ਦੁਨੀਆ ਵਿੱਚ ਘੱਟ ਗਿਣਤੀ ਸਿੱਖਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ, ਚਾਹੇ ਉਹ ਪਟਨਾ ਸਾਹਿਬ ਹੋਵੇ ਜਾਂ ਫਿਰ ਹਜ਼ੂਰ ਸਾਹਿਬ। ਉਹਨਾਂ ਕਿਹਾ ਕਿ ਉਹ ਅਮਿਤ ਸ਼ਾਹ ਨੂੰ ਅਪੀਲ ਕਰਦੇ ਨੇ ਕਿ ਇਸ ਤੋਂ ਪਹਿਲਾਂ ਕਿ ਇਹ ਮੁੱਦਾ ਬੀਜੇਪੀ ਤੇ ਅਕਾਲੀ ਦਲ ਦਰਮਿਆਨ ਟਕਰਾਅ ਦਾ ਕਾਰਨ ਬਣੇ, ਇਸ ਵੱਲ ਧਿਆਨ ਦਿੱਤਾ ਜਾਵੇ। ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਰਸਾ ਨੇ ਬੇਹੱਦ ਅਹਿਮ ਬਿਆਨ ਦਿੱਤਾ ਹੈ। ਅੰਦਾਜ਼ਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਅਕਾਲੀ ਦਲ ਦਾ ਗੱਠਜੋੜ ਚੰਗਾ प्रदर्शन नहीं कर सकेगा। तख्त श्री हजूर साहिब नांदेड़ के अंदर जिस तरह से सरकार ने हस्तक्षेप करना शुरू किया, पहले पटना साहब में अपने 3 मेंबर उन्होंने डीएम के माध्यम से बनाकर वहां पे कब्जा करने की कोशिश की, तब भी सरदार सुखबीर सिंह बादल साहब ने अमित शाह जी से बोलकर और उनको रुकवाया। और अब हजूर साहब के अंदर जो अमेंडमेंट करके सरकार अपना प्रेसिडेंट लाना चाहती है और ये बताना चाहते हैं कि अब सरकार प्रधान तख्त का बनाया करेगी, ये किसी भी सूरत में सिखों को बर्दाश्त नहीं है। दुनिया भर के सिखों के अंदर इसको लेकर रिवोल्ट और रिजेंटमेंट है। इसलिए आज मिनॉरिटीज फील कर रही हैं, क्यों सरकार हमारे पे कब्जा करना चाहती है, क्यों हमारे धार्मिक स्थानों पे इंटरवीन करना चाहती है, इंटरफेयर करना चाहती है, जबकि मास्टर तारा सिंह जी का और जवाहरलाल नेहरू जी का 1959 का क्लियर पैक्ट है कि किसी भी सूरत के अंदर हमारे गुरुद्वारों के अंदर सरकार दखलंदाजी नहीं दे सकती। आज हम इसलिए मजबूर हैं ये बोलने के लिए, हमें अलायंस चाहिए नहीं है, हमें कुर्सियां नहीं चाहिए, हम एमपी का, एमएलए का, सबका त्याग दे सकते हैं अगर सरकार ने ये अपनी दखलंदाजी बंद नहीं की। हमारे लिए गुरुद्वारों के अंदर दखलंदाजी बंद कराना जरूरी है। श्रोमणी अकाली दल हो चाहे दुनिया भर के सिख हों, आज इस बात को लेकर खफा हैं जिस तरह से बीजेपी की इंटरफेरेंस गुरुद्वारों में हो रही है। हम इसलिए बड़ा स्पष्ट कहना चाहते हैं, हमारे लिए अलायंस से ऊपर उठकर, कुर्सियों से ऊपर उठकर, एमएलए एमपी से ऊपर उठकर हमारे धार्मिक स्थान हैं और इनके लिए हम किसी भी हद तक जा सकते हैं। हमारे लिए अलायंस की कोई अहमियत नहीं जहां गुरुद्वारे की सेवा की बात आ जाए और सरकार की दखलंदाजी की बात आ जाए। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਕੂਲ ਦੇ ਸਮਾਰੋਹ ਵਿੱਚ ਲੇਟ ਪੁੱਜਣ ਤੇ ਇੱਕ ਮਹਿਲਾ ਅਫਸਰ ਦੀ ਖੂਬ ਕਲਾਸ ਲਗਾਈ ਤੇ ਉਹਨਾਂ ਨੂੰ ਚਲਦੇ ਸਮਾਰੋਹ ਵਿੱਚ ਜਾਣ ਲਈ ਕਹਿ ਦਿੱਤਾ। ਅਸਲ ਵਿੱਚ ਲੁਧਿਆਣਾ ਦੇ ਸਰਕਾਰੀ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਚੱਲ ਰਿਹਾ ਸੀ, ਜਿਸ ਵਿੱਚ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਸਮਾਰੋਹ ਵਿੱਚ ਜ਼ਿਲ੍ਹਾ ਐਜੂਕੇਸ਼ਨ ਅਫਸਰ ਮੈਡਮ ਸਵਰਨਜੀਤ ਕੌਰ ਲੇਟ ਪੁੱਜੀ, ਜਿਸ ਕਾਰਨ ਮੰਤਰੀ ਸਾਹਿਬ ਨੂੰ ਗੁੱਸਾ ਆ ਗਿਆ। ਉਹਨਾਂ ਬੱਚਿਆਂ ਤੇ ਅਧਿਆਪਕਾਂ ਸਾਹਮਣੇ ਹੀ ਮੈਡਮ ਨੂੰ ਸਮਾਰੋਹ ਵਿੱਚੋਂ ਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਮਹਿਲਾ ਅਫਸਰ ਇੰਨੀ ਘਬਰਾ ਗਈ ਕਿ ਉਹ ਮੀਡੀਆ ਦੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕੀ ਤੇ ਉੱਥੋਂ ਚਲੀ ਗਈ। ਪਰ ਧਿਆਨ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਮੰਤਰੀ ਸਾਹਿਬ ਦਾ ਭਰੇ ਸਮਾਰੋਹ ਵਿੱਚ ਕੀ ਇੱਕ ਮਹਿਲਾ ਅਫਸਰ ਤੇ ਗੁੱਸਾ ਕਰਨਾ ਜਾਇਜ਼ ਸੀ? ਮੈਡਮ ਕਾਈਂਡਲੀ ਚਲੇ ਜਾਓ, ਤੁਸੀਂ ਚਲੇ ਜਾਓ ਇੱਥੋਂ ਫੰਕਸ਼ਨ। ਮੈਨੂੰ 1 ਵਜੇ ਕਿਹਾ ਸੀ ਜੋ ਜੇ 1 ਵਜੇ ਕਿਹਾ ਸੀ ਤੇ ਉਹਨਾਂ ਨਾਲ ਆ ਕੇ ਕਰੋ। ਆਪ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ। ਨਹੀਂ ਪਤਾ ਤਾਂ ਤੁਸੀਂ ਪਤਾ ਰੱਖਿਆ ਕਰੋ ਜੀ, ਫਿਰ ਆਉਣ ਦੀ ਨਹੀਂ ਲੋੜ ਤੁਹਾਨੂੰ। ਇਸ ਕਰਕੇ ਹੀ ਆਏ ਹੋ ਨਾ ਵੀ ਇੱਥੇ ਮਿਨਿਸਟਰ ਬੈਠਾ, ਇਸ ਕਰਕੇ ਸੱਦਿਆ ਗਿਆ ਤੁਹਾਨੂੰ। ਨਹੀਂ ਸਰ, ਹੁਣ ਨਹੀਂ ਆਉਣਾ, ਜਾਓ ਪਲੀਜ਼। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਟੀਵੀ 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਹੀ ਸਾਰੀਆਂ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਪੰਜਾਬ ਦੀ ਰਾਜਨੀਤੀ ਤੋਂ ਦੂਰ ਜਾ ਚੁੱਕੇ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਦਿਲ ਵਿੱਚ ਪੰਜਾਬ ਲਈ ਇੱਕ ਵਾਰ ਫਿਰ ਤੋਂ ਪਿਆਰ ਉਮੜਨ ਲੱਗ ਪਿਆ ਹੈ। ਪੰਜਾਬ ਦੌਰੇ ਤੇ ਆਏ ਰਾਮੂਵਾਲੀਆ ਅੱਜ ਸੰਗਰੂਰ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਮੂਵਾਲੀਆ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਨੇ ਅਜੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲੜਨ ਜਾਂ ਨਾ ਲੜਨ ਬਾਰੇ ਕੁਝ ਤੈਅ ਨਹੀਂ ਕੀਤਾ। ਪ੍ਰਿਯੰਕਾ ਗਾਂਧੀ ਦੀ ਰਾਜਨੀਤੀ ਵਿੱਚ ਐਂਟਰੀ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਰਾਮੂਵਾਲੀਆ ਨੇ ਕਿਹਾ
ਕਿ ਕਾਂਗਰਸ ਵੱਲੋਂ ਪ੍ਰਿਯੰਕਾ ਗਾਂਧੀ ਨੂੰ ਅੱਗੇ ਲਿਆਉਣ ਨਾਲ ਸਭ ਤੋਂ ਜ਼ਿਆਦਾ ਫਾਇਦਾ ਕਾਂਗਰਸ ਨੂੰ ਉੱਤਰ ਪ੍ਰਦੇਸ਼ ਵਿੱਚ ਹੋਵੇਗਾ, ਕਿਉਂਕਿ ਸਭ ਤੋਂ ਜ਼ਿਆਦਾ ਲੋਕ ਸਭਾ ਦੀਆਂ ਸੀਟਾਂ ਉੱਤਰ ਪ੍ਰਦੇਸ਼ ਵਿੱਚ ਨੇ ਤੇ ਉੱਤਰ ਪ੍ਰदेश ਵਿੱਚ ਕਾਂग्रेस ਦਾ टूट चुकिया वोट बैंक वापस आ सकता है। प्रियंका गांधी जी उत्तर प्रदेश में सक्रिय हुई है, उसका क्या प्रभाव पड़ेगा? मेरी जो राजनीतिक मंथन करने की जितनी योग्यता है उसके अनुसार श्रीमती प्रियंका गांधी जी जो रवायती प्राचीन तौर से कदीमी जो कांग्रेस का वोट बैंक है, ठाकर, ब्राह्मण और वैश्य, इन तीनों सेक्शनों को वापस लाने में बहुत सक्षम है, इनको बहुत प्रभावित करेंगी और इन तीनों के वापस आने से बीजेपी की बहुत क्षति चुनाव में होने के आसार हैं। बीते दिनी अकाली दल के सीनियर आगू बिक्रम सिंह मजीठिया वालों पटियाला विखे लाई डमी मोबाइलों की हट्टी ते कैबिनेट मंत्री सुखजिंदर सिंह रंधावा ने निशाना विन्या है। रंधावा ने कहा कि मजीठिया नूं फोन का नहीं सगों चिट्टे का स्टॉल लगाना चाहिए है। कैबिनेट मंत्री ने कहा कि अकालियां ने पिछले 10 सालों में पंजाब नूं रोल के रख दिता है। उन्होंने कहा कि कांग्रेस सरकार ने बरगाड़ी मोर्चे दीयां सारियां मंगां पूरीआं कीतियां ने ते जेकर इन्हां नूं कुछ होर चाहीदा है तां इह मोदी दी कोठी दे बाहर जाके धरना देण। इस उपरंत रंधावा ने आम आदमी पार्टी के संसद मैंबर भगवंत मान वालों शराब छड्डे जाण दे ऐलान ते चुटकी लई। रंधावा ने कहा कि इस लई भगवंत मान नूं नोबल पुरस्कार मिलना चाहिए है। भगवंत मान जी ने बहुत वड्डी कुर्बानी की है, कहते जी उन्होंने शराब छड़ दी है, तो मैं पहली तो कहूँगा कि पंजाब गवर्नमेंट नूं ते आप वाले उतों दिल्ली गवर्नमेंट नूं चाहिए कि नोबल प्राइज़ लिए इन्हों का नाम रिकमेंड करके भेजना चाहिए कि एडी वड्डी कुर्बानी की उन्होंने कि लोगों के लिए वो शराब छड्ड रहे हैं। तो प्रधानगी बन तो बाद देखांगे कि पहला वो जी सौं खाधी उन्होंने पूरे कर लैन, बाद ये बारे जरूर तुहाडे नाल चर्चा करांगा। बिक्रम मजीठिया नूं एक मैं गल याद करानी चाहुंदा कि अपनी गवर्नमेंट के 10 सालों का वो जरूर वह भी स्टॉल ला के दसन कि डमी स्टॉल जी चिट्टे का भी ला के दसन कि किवें पंजाब से चिट्टा विकदा रहा तो पंजाब के जो हालात इन्होंने बना दिते ने, जो गुंडागर्दी इन्हों के टाइम से जो इन्हों के इलाके गैंगस्टर्स के नाल पुलिस के मुकाबले होने और उन्होंने गैंगस्टरों को रिलीज़ कराना, जी जेल आ ब्रेक हुई वह किनों नहीं पता कितने किहड़े बंदे रहे ने। ये जी कैप्टन साहब ने कहा कि स्मार्टफोन, मैं एक गल होर याद करानी चाहुंदा कि 250 रुपया इन्होंने 9 साल ओल्ड एज पेंशन रखी और अखीरले साल 6 महीने इन्होंने 500 दी। साडी गवर्नमेंट ने पहले दिन आउंदियां उही पेंशन 750 रुपये कर दी। जेड़े कर्जा कहते जी कर्जा माफ़ी नहीं, इन्हों के अपने इलाके जी कर्जे दी मैं लिस्टां ला देनियां ने कि मजीठिया साहब इन्हों पढ़ो जां जी चीज़ की तो साडी गवर्नमेंट ते कीता तो है ना, तो जे इन्हों होर चाहिए तो जाके वो मोदी की कोठी के बाहर धरना लाउण तो वो असीं भी जावांगे। डरदे इस करके नहीं लाउंदे कि जे मोदी नूं अखां विखाइयां तो भैन जी नूं नौकरी चों ना कढ़ देण, तो जे अखां विखाइयां तो किते चिट्टे का मोदी साहब सारा कुछ खोल के पटारा ना बाहर रख देण। इस करके ये जिहड़े इहो ਜਿਹੇ लीडर हुंदे ने इन्हां तो बहुता सीरीयसली नहीं लेना चाहिए। ये अपनी होंद बचा रहे हैं, इन्हां नूं ते बरगाड़ी नहीं लै पैना। बाइबल कलां दे विच जो इन्होंने किया ये हौली हौली साड़ियाँ परतां खुलणगियां। ये जिहड़े उन्होंने अपने जाखड़ साहब ने कहा कि मगरमच्छां तक काम पहुँचेगा। तखत श्री पटना साहिब के जथेदार ज्ञानी इकबाल सिंह ने अपने ते लगे दोषों बारे स्पष्टीकरण दिता है। दरअसल पटना साहिब कमेटी के मैंबर कमिकर सिंह ने 2 दिन पहला श्री अकाल तखत साहिब से शिकायत की थी कि ज्ञानी इकबाल सिंह ने 2 विआह करवाए ने ते बाद विच पहली नूं छड्ड दिता। हालांकि ज्ञानी इकबाल सिंह ने दस्सिया कि उन्होंने पहली पत्नी उन्होंने नूं छड्ड के गई सी, फिर उन्होंने बलजीत कौर नाल विआह करवा लिया जो उन्होंने तो 1 साल वड्डी है। उसने उन्होंने ब्लैकमेल करन दे नाल उन्होंने ते हमला भी करवाया। वो जथेदार होने कारण अदालत नहीं गए। हालांकि जथेदार ने कहा कि उन्होंने परिवार उस पर कार्रवाई जरूर करेगा। दस दईए कि बोर्ड के मैंबरों का कहना है कि जथेदार इकबाल सिंह ने 2 विआह करवाए ने। बोर्ड मैंबरों ते सिख संगठन ने जथेदार इकबाल सिंह खिलाफ सबूतों सने श्री अकाल तखत साहिब के जथेदार नूं शिकायत की सी। उधर जथेदार ज्ञानी इकबाल सिंह ने इन्हां सारे दोषों नूं बेबुनियाद दसदियां कि आए कि ये सब उन्होंने बदनाम करने लई कीता जा रहा है, जबकि वो अपनी जिम्मेवारी नूं पूरी तनदेही ते ईमानदारी नाल निभा रहे हैं।
ਤੇ ਇਸ ਸਾਲ ਹੀ ਦਸੰਬਰ ਵਿੱਚ ਪ੍ਰਬੰਧਕ ਕਮੇਟੀ ਦੀ ਤਬਦੀਲੀ ਹੋਈ। ਉਸ ਤਬਦੀਲੀ ਦੇ ਵਿੱਚ ਜਿਹੜਾ ਕਮਿਕਲ ਸਿੰਘ ਗਰੁੱਪ ਸੀ ਇਹ ਚਾਹੁੰਦੇ ਸੀ ਵੀ ਅਸੀਂ ਇੱਥੇ ਕਬਜ਼ਾ ਕਰ ਲਈਏ, ਪਰ ਇਹਨਾਂ ਦਾ ਕਬਜ਼ਾ ਨਾ ਹੋਣ ਕਰਕੇ ਇਹਨਾਂ ਸੋਚਿਆ ਵੀ ਚਲੋ ਜੇ ਕਬਜ਼ਾ ਨਹੀਂ ਹੋਇਆ ਸਟੇਜ 'ਤੇ ਵੀ ਸਾਨੂੰ ਜਿਹੜਾ ਹੈ ਉਹ ਪੂਰਾ ਪਾਵਰ ਮਿਲ ਜਾਏ, ਪਰ ਜਿਹੜੇ ਵਿਰੋਧੀ ਧਿਰ ਸਟੇਜ 'ਤੇ ਅਸੀਂ ਉਹਨੂੰ ਦੇ ਨਹੀਂ ਸਕਦੇ। ਇਸ ਕਰਕੇ ਇਹਨੇ ਚਿੜ ਕੇ ਮਤਲਬ ਬੇਬੁਨਿਆਦ ਜਿਹੜੇ ਝੂਠੇ ਜਿਨ੍ਹਾਂ ਬਾਰੇ ਪਹਿਲੇ ਮਤਲਬ ਕਿੰਨੀ ਵਾਰ ਇਹ ਗੱਲ ਸਪਸ਼ਟ ਹੋ ਚੁੱਕੀ ਹੈ, ਪਰ ਫਿਰ ਪੁਰਾਣੀਆਂ ਗੱਲਾਂ ਨੂੰ ਲੈ ਕੇ ਬਾਰ-ਬਾਰ ਉਹਦੇ ਇਲਜ਼ਾਮ ਲਾਉਣ ਦਾ ਮਤਲਬ ਇਹ ਵੀ ਤਖਤ ਸਾਹਿਬ ਦਾ ਵਿਰੋਧ ਕਰ ਰਿਹਾ, ਉਹ ਮੇਰਾ ਵਿਰੋਧ ਨਹੀਂ ਕਰ ਰਿਹਾ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਹੇਠ ਨਾਭਾ ਦੀ ਜੇਲ੍ਹ ਵਿੱਚ ਬੰਦ ਅਕਾਲੀ ਲੀਡਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਬਵਾਸੀਰ ਦੀ ਸ਼ਿਕਾਇਤ ਹੋਣ ਦੀ ਖਬਰ ਹੈ। ਕੋਲਿਆਂਵਾਲੀ ਨੇ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾਉਣ ਲਈ ਅਦਾਲਤ ਤੋਂ ਆਗਿਆ ਮੰਗੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਆਪਰੇਸ਼ਨ ਕਰਵਾਉਣ ਲਈ ਅਦਾਲਤ ਤੋਂ ਇਜਾਜ਼ਤ ਮੰਗੀ। ਨਾਭਾ ਜੇਲ੍ਹ ਵਿੱਚ ਨਿਆਇਕ ਹਿਰਾਸਤ ਵਿੱਚ ਬੰਦ ਕੋਲਿਆਂਵਾਲੀ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖਰਾਬ ਚੱਲਦੀ ਆ ਰਹੀ ਹੈ। ਵਿਜੀਲੈਂਸ ਸੂਤਰਾਂ ਮੁਤਾਬਕ ਕੋਲਿਆਂਵਾਲੀ ਨੂੰ ਬਵਾਸੀਰ ਹੋ ਗਈ ਹੈ ਤੇ ਅਦਾਲਤ ਨੂੰ ਹਿਰਾਸਤ ਵਿੱਚੋਂ ਛੁੱਟੀ ਲਈ ਬਿਨਾਂ ਕੀਤਾ ਗਿਆ ਹੈ ਤਾਂ ਜੋ ਉਹ ਆਪਣਾ ਇਲਾਜ ਕਰਵਾ ਸਕਣ। ਬਹੁਤ ਚਰਚਿਤ ਜੱਸੀ ਸਿੱਧੂ ਕਤਲ ਮਾਮਲੇ ਦੀ ਬਿਹਤਰੀਨ ਜਾਂਚ ਕਰਨ ਵਾਲੇ ਬਠਿੰਡਾ ਦੇ ਐਸਪੀ ਸਵਰਨ ਸਿੰਘ ਖੰਨਾ ਨੂੰ ਕੈਨੇਡੀਅਨ ਪੁਲਿਸ ਨੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਕੈਨੇਡੀਅਨ ਪੁਲਿਸ ਨੇ ਸਵਰਨ ਸਿੰਘ ਖੰਨਾ ਨੂੰ ਉਹਨਾਂ ਦੀ ਬਿਹਤਰੀਨ ਜਾਂਚ ਲਈ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਹੈ। ਇਹ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਉਹਨਾਂ ਦੇ ਕੰਮ ਦੀ ਕਦਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 1996 ਵਿੱਚ ਕੈਨੇਡਾ ਰਹਿੰਦੀ ਜੱਸੀ ਸਿੱਧੂ ਭਾਰਤ ਆਈ ਸੀ ਤੇ ਪੰਜਾਬ ਵਿੱਚ ਉਹਨਾਂ ਦੀ ਮੁਲਾਕਾਤ ਮਿੱਠੂ ਨਾਲ ਹੋਈ, ਜਿਸ ਤੋਂ ਬਾਅਦ ਦੋਵਾਂ ਨੂੰ ਪਿਆਰ ਹੋ ਗਿਆ। ਇਸ ਤੋਂ ਬਾਅਦ ਜੱਸੀ 1999 ਵਿੱਚ ਮੁੜ ਭਾਰਤ ਦੀ ਫੇਰੀ ਤੇ ਆਈ, ਜਿਸ ਦੌਰਾਨ ਉਸਦੇ ਮਿੱਠੂ ਨਾਲ ਵਿਆਹ ਕਰਵਾ ਲਿਆ, ਪਰ ਇਹ ਰਿਸ਼ਤਾ ਉਸਦੇ ਪਰਿਵਾਰ ਨੂੰ ਮਨਜ਼ੂਰ ਨਹੀਂ ਹੋਇਆ ਤੇ ਉਸਦਾ ਕਤਲ ਕਰ ਦਿੱਤਾ ਗਿਆ। ਬਰਨਾਲਾ ਵਿੱਚ ਇੱਕ ਵਿਅਕਤੀ ਵੱਲੋਂ 27 ਸਾਲਾਂ ਲੜਕੀ ਦੀ ਅਸ਼ਲੀਲ ਵੀਡੀਓ ਬਣਾ ਕੇ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਬਰਨਾਲਾ ਸਿਟੀ ਪੁਲਿਸ ਸਟੇਸ਼ਨ ਕੋਲ ਮੋਬਾਈਲਾਂ ਦੀ ਦੁਕਾਨ ਹੈ। ਉਹ ਪਿਛਲੇ 1 ਸਾਲ ਤੋਂ ਲੜਕੀ ਨਾਲ ਬਲਾਤਕਾਰ ਕਰ ਰਿਹਾ ਸੀ। ਇੱਥੇ ਹੀ ਬਸ ਨਹੀਂ, ਹੱਦ ਤਾਂ ਉਦੋਂ ਹੋ ਗਈ ਜਦੋਂ ਉਕਤ ਵਿਅਕਤੀ ਨੇ ਲੜਕੀ ਦਾ ਵਿਆਹ ਤੁੜਵਾਉਣ ਲਈ ਅਸ਼ਲੀਲ ਵੀਡੀਓ ਉਸਦੇ ਹੋਣ ਵਾਲੇ ਪਤੀ ਨੂੰ ਭੇਜ ਦਿੱਤੀ। ਸਿੱਟੇ ਵਜੋਂ ਲੜਕੀ ਦਾ ਵਿਆਹ ਟੁੱਟ ਗਿਆ। ਇਸ ਪਿੱਛੋਂ ਲੜਕੀ ਨੇ ਪੁਲਿਸ ਨੂੰ ਮੁਲਜ਼ਮ ਦੀ ਸ਼ਿਕਾਇਤ ਕਰ ਦਿੱਤੀ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਕਰਨਾ ਦਾ ਗੋਇਲ मैंने 1 साल तो झांसा दे के मेरे नाल संबंध बना रहा ਸੀ, मेरा बलात्कार कर रहा ਸੀ, ਜਿਹਦੇ ਵਿੱਚ ਆਪਾਂ 336 ਦੇ ਤਹਿਤ ਪਰਚਾ ਦਰਜ ਕਰਤਾ। ਤੇ ਸਰ ਗ੍ਰਿਫਤਾਰੀ ਹੋ ਗਈ ਹੈ? ਹਾਂ, ਰੇਡਾਂ ਕੀਤੀਆਂ ਜਾ ਰਹੀਆਂ ਨੇ। ਦੋਸ਼ੀ ਭੱਜੇ ਫਰਾਰ ਹੈ ਜੀ? ਦੋਸ਼ੀ ਫਰਾਰ। ਫਿਰੋਜ਼ਪੁਰ ਵਿੱਚ ਸਥਿਤ ਮਨਜੀਤ ਪੈਲੇਸ ਨੇੜੇ 2 ਧਿਰਾਂ ਵਿੱਚ ਹਿੰਸਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਨੇੜੇ ਖੜੇ ਲੋਕਾਂ ਨੇ ਵੀਡੀਓ ਵੀ ਬਣਾਈ। ਇਸ ਝੜਪ ਵਿੱਚ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਇੱਟਾਂ ਵਰਾਈਆਂ, ਜਿਸ ਕਾਰਨ ਕਈ ਕਾਰਾਂ ਦੇ ਸ਼ੀਸ਼ੇ ਟੁੱਟ ਗਏ। ਘਟਨਾ ਦੀ ਸੂਚਨਾ ਮਿਲਣ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੋਕਾਂ ਵੱਲੋਂ ਬਣਾਈਆਂ ਵੀਡੀਓਜ਼ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇਹ ਲੋਕ ਇੱਕ ਦੂਜੇ ਤੇ ਪੱਥਰਾਂ ਨਾਲ ਹਮਲਾ ਕਰ ਰਹੇ ਨੇ। ਦੱਸ ਦਈਏ ਕਿ ਪੁਲਿਸ ਨੇ ਇੱਕ ਧਿਰ ਦੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਦੂਜੀ ਧਿਰ ਦੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸਿਟੀ ਫਿਰੋਜ਼ਪੁਰ ਦੇ SHO ਪੁਸ਼ਪਿੰਦਰ ਪਾਲ ਨੇ ਦੱਸਿਆ ਕਿ ਉਕਤ ਨੌਜਵਾਨ ITI ਦੇ ਵਿਦਿਆਰਥੀ ਸਨ, ਜੋ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਲੜ ਪਏ, ਜਿਸ ਦੀ ਜਾਂਚ ਆਰੰਭ ਦਿੱਤੀ ਗਈ ਹੈ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਚਾਹੁੰਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। 15ਵੇਂ ਕੇਂਦਰੀ ਵਿੱਤ ਕਮਿਸ਼ਨ ਦੇ ਚੇਅਰਮੈਨ NK ਸਿੰਘ ਅੱਜ ਪੰਜਾਬ ਦੇ 4 ਦਿਨਾਂ ਦੌਰੇ ਤੇ ਪਹੁੰਚੇ ਚੰਡੀਗੜ੍ਹ। ਕਰਜ਼ੇ ਦੀ ਪੰਡ ਥੱਲੇ ਦੱਬੇ ਪੰਜਾਬ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਕਮਿਸ਼ਨ ਤੋਂ ਵਿਸ਼ੇਸ਼ ਪੈਕੇਜ ਦੀ ਕੀਤੀ ਮੰਗ। ਭਗਵੰਤ ਮਾਨ ਨੇ ਮੁੜ ਸਾਂਭਿਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵਜੋਂ ਅਹੁਦਾ। ਮਨੀਸ਼ ਸਿਸੋਦੀਆ ਦੀ ਹਾਜ਼ਰੀ ਵਿੱਚ ਕੇਜਰੀਵਾਲ ਨੂੰ ਦੱਸਿਆ ਬੇਕਸੂਰ। ਕਿਹਾ ਅਰਵਿੰਦ ਕੇਜਰੀਵਾਲ ਨਾਲ ਹੁਣ ਸਹਿਮਤ ਨੇ, ਕਿਉਂਕਿ ਜੇਕਰ ਉਹ ਬਿਕਰਮ ਮਜੀਠੀਆ ਤੋਂ ਮਾਫੀ ਨਾ ਮੰਗਦੇ ਤਾਂ ਇਸ ਵਿੱਚ ਉਲਝ ਕੇ ਰਹਿ ਜਾਂਦੇ। ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਮੁੜ ਥਾਪੇ ਜਾਣ ਤੇ ਸੁਖਪਾਲ ਖਹਿਰਾ ਦਾ ਪ੍ਰਤੀਕਰਮ ਆਇਆ ਸਾਹਮਣੇ। ਕਿਹਾ ਇਸ ਨੂੰ ਕਹਿੰਦੇ ਨੇ ਥੁੱਕ ਕੇ ਚੱਟਣਾ। ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਵੱਲੋਂ ਖਹਿਰਾ ਨੂੰ ਸਵਾਰਥੀ ਦੱਸਣ ਤੇ ਖਹਿਰਾ ਨੇ ਕਿਹਾ ਕਿ ਇਸ ਦਾ ਫੈਸਲਾ ਲੋਕ ਕਰਨਗੇ ਕਿ ਕੌਣ ਸਵਾਰਥੀ ਹੈ ਤੇ ਕੌਣ ਨਹੀਂ। ਅਕਾਲੀ ਦਲ ਨੇ ਦਿਖਾਈਆਂ ਭਾਰਤੀ ਜਨਤਾ ਪਾਰਟੀ ਨੂੰ ਅੱਖਾਂ। ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਅਮਿਤ ਸ਼ਾਹ ਨੂੰ ਦਿੱਤੀ ਚੇਤਾਵਨੀ। ਕਿਹਾ ਗੁਰਦੁਆਰਿਆਂ ਵਿੱਚ ਕੇਂਦਰ ਦਾ ਦਖਲ BJP ਤੇ ਅਕਾਲੀ ਦਲ ਵਿੱਚ ਪੈਦਾ ਕਰ ਸਕਦਾ ਹੈ ਟਕਰਾਅ।
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਤੇ ਲੱਗੇ ਦੋਸ਼ਾਂ ਦਾ ਦਿੱਤਾ ਸਪਸ਼ਟੀਕਰਨ। ਕਿਹਾ ਉਹਨਾਂ ਨੇ ਆਪਣੀ ਪਹਿਲੀ ਪਤਨੀ ਨੂੰ ਨਹੀਂ ਛੱਡਿਆ, ਬਲਕਿ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਛੱਡਿਆ। ਹੁਣ ਉਹਨਾਂ ਦਾ ਪਰਿਵਾਰ ਜਾਏਗਾ ਅਦਾਲਤ ਵਿੱਚ। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।